From the following balances extracted from the books of Mr. Ratiram Sabo and the subjoined information you are required to prepare P&L account for the year ended 31 March 2024 and also balance sheet as on that ਡੇਟ ਆ ਇਨਫੋਰਮੇਸ਼ਨ ਦਿੱਤੀ ਅੱਗੇ ਆਪਾਂ ਨੂੰ ਐਡਜਸਟਮੈਂਟਸ ਦਿੱਤੀਆਂ। ਸਭ ਤੋਂ ਪਹਿਲਾਂ ਆਪਾਂ ਟ੍ਰੇਡਿੰਗ ਐਂਡ P&L ਅਕਾਊਂਟ ਬਣਾ ਲਾਂਗੇ। ਉਹਦੇ ਵਿੱਚ ਓਪਨਿੰਗ ਸਟਾਕ ਡੈਬਿਟ ਸਾਈਡ ਤੇ ਲਿਖਾਂਗੇ ਪਰਚੇਜ਼ਸ ਜੋ ਰਿਟਰਨ ਮਾਈਨਸ ਕਰਕੇ ਲਿਖਾਂਗੇ ਤੇ ਜੋ ਡਰਾਇੰਗ ਸੀਗੀ ਉਹਨੇ ਕੀ ਲਿਖਿਆ ਸੀ ਗੁੱਡਸ ਵਰਥ 500 ਆਰ ਰਿਪੋਰਟਡ ਟੂ ਹੈਵ ਬੀਨ ਟੇਕਨ ਅਵੇ ਬਾਈ ਦਾ ਪ੍ਰੋਪਰਾਈਟਰ ਫॉर ਹਿਜ਼ ਪਰਸਨਲ ਯੂਜ਼ ਐਟ ਹੋਮ ਡੂਰਿੰਗ 2023-24 ਤਾਂ ਮਤਲਬ ਡਰਾਇੰਗ ਹੋਗੀ ਗੁੱਡਸ ਵਿਦਡਰਾਨ ਕੀਤੀਆਂ ਤਾਂ ਪਰਚੇਜ਼ਸ ਦੇ ਵਿੱਚੋਂ ਕੀ ਕਰ ਦਾਂਗੇ ਮਾਈਨਸ ਕਰਕੇ ਲਿਖਾਂਗੇ। ਠੀਕ ਹੈ, ਫਿਰ ਇੱਧਰ ਆਪਾਂ ਡਾਇਰੈਕਟ ਐਕਸਪੈਂਡੀਚਰ ਜੋ ਵੀ ਹੋਇਆਗਾ ਉਹ ਲਿਖ ਦਾਂਗੇ। ਉਸ ਤੋਂ ਬਾਅਦ ਇੱਧਰ ਕ੍ਰੈਡਿਟ ਸਾਈਡ ਪ੍ਰਪੇਅਰ ਕਰ ਲਾਂਗੇ। ਇਹਦੇ ਵਿੱਚ ਸੇਲ ਦੇ ਵਿੱਚ ਰਿਟਰਨ ਮਾਈਨਸ ਕਰਕੇ ਲਿਖਾਂਗੇ ਤੇ ਕਲੋਜ਼ਿੰਗ ਸਟਾਕ ਜੋ ਦਿੱਤਾ ਵਾ ਉਹ ਲਿਖ ਦਾਂਗੇ। ਠੀਕ ਹੈ, ਦੋਨੋਂ ਸਾਈਡ ਟੋਟਲ ਕਰਾਂਗੇ ਜੋ ਬੈਲੈਂਸਿੰਗ ਫਿਗਰ ਆ ਜਾਏਗੀ ਉਹ ਗ੍ਰੋਸ ਪ੍ਰੋਫਿਟ ਆ ਜਾਏਗਾ। ਗ੍ਰੋਸ ਪ੍ਰੋਫਿਟ ਨੂੰ ਅੱਗੇ ਬ੍ਰੌਡ ਡਾਊਨ ਕਰਾਂਗੇ। ਇਹਦੇ ਵਿੱਚ ਇੰਟਰਸਟ ਜੋ ਰਿਸੀਵ ਹੋਇਆਗਾ ਠੀਕ ਹੈ ਉਹ ਲਿਖ ਦਾਂਗੇ। ਉਹ ਲਿਖਣ ਤੋਂ ਬਾਅਦ ਇਹਦੇ ਵਿੱਚ ਆਪਾਂ ਨੂੰ ਇੱਕ ਅਰੂਡ ਇੰਟਰਸਟ ਵੀ ਸੀਗਾ। ਠੀਕ ਹੈ, ਇਹਦੇ ਲਈ ਇਹਨਾਂ ਨੇ ਐਡਜਸਟਮੈਂਟ ਦਿੱਤੀ ਸੀ ਇੰਟਰਸਟ ਔਨ ਇਨਵੈਸਟਮੈਂਟ 500 ਇਜ਼ ਜੈਟ ਟੂ ਬੀ ਰਿਸੀਵਡ ਹਜੇ ਰਿਸੀਵ ਕਰਨ ਵਾਲਾ ਰਹਿੰਦਾ ਹੈਗਾ ਤਾਂ ਉਹਦੇ ਵਿੱਚ ਐਡ ਕਰਕੇ ਵੀ ਲਿਖ ਸਕਦੇ ਸੀ। ਵਾਈਲ 1000 ਆਫ ਦਾ ਕਮਿਸ਼ਨ ਰਿਸੀਵ ਇਜ਼ ਜੈਟ ਟੂ ਬੀ ਅਰਨ ਇਨ 2023-24। ਠੀਕ ਹੈ, ਇਹ ਕਿਹੜੀ ਹੋ ਗਈ ਇਹ ਕਮਿਸ਼ਨ ਰਿਸੀਵ ਇਨ ਐਡਵਾਂਸ ਹੋ ਗਈ, ਮਤਲਬ ਕਿ ਕਹਿ ਰਹੇ ਹੈਗੇ ਹਜੇ ਅਰਨ ਕੀਤੀ ਨਹੀਂ ਗੀ। ਠੀਕ ਹੈ, ਜੈਟ ਟੂ ਬੀ ਅਰਨਡ ਹਜੇ ਅਰਨ ਨਹੀਂ ਕੀਤੀ, ਇਹਦਾ ਮਤਲਬ ਕੀ ਹੈਗਾ ਵੀ ਆਪਾਂ ਨੇ ਰਿਸੀਵ ਕਰ ਲਈ ਹੈ ਐਡਵਾਂਸ ਦੇ ਵਿੱਚ। ਇਹ ਕੀ ਹੁੰਦੀ ਹੈਗੀ ਕਮਿਸ਼ਨ ਦੇ ਵਿੱਚੋਂ ਮਾਈਨਸ ਕਰਕੇ ਲਿਖਾਂਗੇ। ਠੀਕ ਹੈ, ਫਿਰ ਡੈਬਿਟ ਸਾਈਡ ਪ੍ਰਪੇਅਰ ਕਰ ਲਾਂਗੇ। ਡੈਪਰੀਸ਼ੀਏਸ਼ਨ ਲਿਖ ਦਾਂਗੇ ਜਿੰਨੀ ਜਿਸ ਚੀਜ਼ ਦੀ ਕਹੀ ਹੈ ਬਿਲਡਿੰਗ ਫਰਨੀਚਰ ਦੀ। ਪ੍ਰੋਵੀਜ਼ਨ ਫॉर ਡਾਊਟਫੁਲ ਡੈਟਸ ਬਣਾ ਲਾਂਗੇ। ਠੀਕ ਹੈ, ਉਸ ਤੋਂ ਬਾਅਦ ਜੋ ਆਪਣੇ ਪੋਸਟੇਜ ਸਟੇਸ਼ਨਰੀ ਵਗੈਰਾ ਅਗੇ ਉਹ ਲਿਖ ਦਾਂਗੇ। ਉਸ ਤੋਂ ਬਾਅਦ ਫਾਇਰ ਇੰਸ਼ੋਰੈਂਸ ਪ੍ਰੀਮੀਅਮ ਇਹ 'ਚੋਂ ਪ੍ਰੀਪੇਡ ਮਾਈਨਸ ਕਰਕੇ ਲਿਖਾਂਗੇ। ਸੈਲਰੀ ਦੇ ਵਿੱਚ ਆਊਟਸਟੈਂਡਿੰਗ ਦੀ ਗੱਲ ਸੀਗੀ ਤਾਂ ਉਹ ਵਿੱਚ ਐਡ ਕਰਕੇ ਲਿਖਾਂਗੇ। ਅਤੇ ਜਿਹੜਾ ਬੈਂਕ ਓਵਰਡਰਾਫਟ ਇੰਟਰਸਟ ਐਸਟੀਮੇਟਡ ਐਟ 2000 ਹੈਵ ਟੂ ਬੀ ਰਿਕਾਰਡਡ ਐਜ਼ ਆਊਟਸਟੈਂਡਿੰਗ ਚਾਰਜਿਸ ਤਾਂ ਆਊਟਸਟੈਂਡਿੰਗ ਬੈਂਕ ਓਵਰਡਰਾਫਟ ਹੈ ਇਹ ਵੀ ਲਿਖ ਦਾਂਗੇ। ਦੋਨੋਂ ਸਾਈਡ ਦਾ ਟੋਟਲ ਕਰਾਂਗੇ ਜੋ ਬੈਲੈਂਸਿੰਗ ਫਿਗਰ ਆ ਜਾਏਗੀ ਨੈਟ ਪ੍ਰੋਫਿਟ ਆ ਜਾਏਗਾ। ਅੱਗੇ ਬੈਲੈਂਸ ਸ਼ੀਟ ਪ੍ਰਪੇਅਰ ਕਰ ਲਾਂਗੇ। ਬੈਲੈਂਸ ਸ਼ੀਟ ਦੇ ਵਿੱਚ ਕੈਪੀਟਲ ਲਿਖਾਂਗੇ। ਇਹਦੇ ਵਿੱਚੋਂ ਡਰਾਇੰਗ ਮਾਈਨਸ ਕਰਕੇ ਲਿਖਾਂਗੇ। ਇੱਕੋ ਜਿਹੜੀ ਆਪਾਂ ਮਤਲਬ ਕਿ ਪਰਸਨਲ ਯੂਜ਼ ਲਈ ਕਢਵਾਏ ਸੀਗੇ ਗੁੱਡਸ ਉਹ ਵੀ ਆਪਣੀ ਡਰਾਇੰਗ ਹੀ ਸੀ ਉਹ ਵੀ ਮਾਈਨਸ ਕਰਾਂਗੇ। ਨੈਟ ਪ੍ਰੋਫਿਟ ਐਡ ਕਰਕੇ ਲਿਖ ਦਾਂਗੇ। ਫਿਰ ਕ੍ਰੈਡੀਟਰ ਲਿਖ ਦਾਂਗੇ। ਕਮਿਸ਼ਨ ਰਿਸੀਵ ਇਨ ਐਡਵਾਂਸ ਲਿਖਾਂਗੇ। ਆਊਟਸਟੈਂਡਿੰਗ ਜੋ ਸੈਲਰੀ ਆ ਉਹ ਲਿਖ ਦਾਂਗੇ। ਠੀਕ ਹੈ, ਬੈਂਕ ਓਵਰਡਰਾਫਟ ਆਪਣਾ ਉਹ ਆ ਜਾਏਗਾ ਅਤੇ ਆਊਟਸਟੈਂਡਿੰਗ ਬੈਂਕ ਓਵਰਡਰਾਫਟ ਆਪਾਂ P&L 'ਚ ਪਾਇਆ ਸੀ ਉਹ ਵੀ ਇੱਥੇ ਲਿਖ ਦਾਂਗੇ। ਫਿਰ ਐਸਟ ਸਾਈਡ ਪ੍ਰਪੇਅਰ ਕਰ ਲਾਂਗੇ। ਲੈਂਡ ਐਂਡ ਬਿਲਡਿੰਗ ਲਿਖਾਂਗੇ ਚੋਂ ਡੈਪਰੀਸ਼ੀਏਸ਼ਨ ਮਾਈਨਸ ਕਰਕੇ। ਫਰਨੀਚਰ ਚੋਂ ਡੈਪਰੀਸ਼ੀਏਸ਼ਨ ਮਾਈਨਸ ਕਰਕੇ। ਡੈਟਰ ਚੋਂ ਪ੍ਰੋਵੀਜ਼ਨ ਮਾਈਨਸ ਕਰਕੇ ਲਿਖਾਂਗੇ। ਉਸ ਤੋਂ ਬਾਅਦ ਕੈਸ਼ ਇਨ ਹੈਂਡ ਲਿਖਾਂਗੇ। ਕਰੋੜ ਇਨਵੈਸਟਮੈਂਟ ਲਿਖਾਂਗੇ। ਕਲੋਜ਼ਿੰਗ ਸਟਾਕ ਲਿਖਾਂਗੇ। ਪ੍ਰੀਪੇਡ ਫਾਇਰ ਇੰਸ਼ੋਰੈਂਸ ਲਿਖ ਦਾਂਗੇ ਅਤੇ ਇਨਵੈਸਟਮੈਂਟ ਲਿਖ ਦਾਂਗੇ। ਠੀਕ ਹੈ, ਦੋਨੋਂ ਸਾਈਡ ਟੋਟਲ ਕਰਾਂਗੇ ਜੋ ਬੈਲੈਂਸ ਆ ਜਾਏਗਾ ਆਪਣਾ ਮਤਲਬ ਦੋਨੋਂ ਸਾਈਡਾਂ ਦਾ ਟੋਟਲ ਬੈਲੈਂਸ ਮੈਚ ਹੋ ਜਾਏਗਾ। ਫੋਲੋਇੰਗ ਆਰ ਦਾ ਬੈਲੈਂਸਿਸ ਆਫ ਅ ਸ਼ਾਪ ਐਜ਼ ਔਨ 31/12/2024। ਆ ਇਨਫੋਰਮੇਸ਼ਨ ਦਿੱਤੀ ਵੀ ਲਾਸਟ ਤੇ ਲਿਖੇ ਪ੍ਰਪੇਅਰ ਟ੍ਰੇਡਿੰਗ ਐਂਡ P&L ਅਕਾਊਂਟ ਐਂਡ ਬੈਲੈਂਸ ਸ਼ੀਟ ਆਫ ਦ ਸ਼ਾਪ ਆਫਟਰ ਟੇਕਿੰਗ ਇਨਟੂ ਕੰਸੀਡਰੇਸ਼ਨ ਦਾ ਫੋਲੋਇੰਗ। ਠੀਕ ਹੈ, ਐਡਜਸਟਮੈਂਟਸ ਦਿੱਤੀਆਂ। ਸਭ ਤੋਂ ਪਹਿਲਾਂ ਮੈਂ ਟਰਾਇਲ ਬੈਲੈਂਸ ਬਣਾਇਆ ਹੈਗਾ। ਟਰਾਇਲ ਬੈਲੈਂਸ ਦੇ ਵਿੱਚ ਦੋਨੋਂ ਸਾਈਡ ਦਾ ਟੋਟਲ ਮੈਚ ਨਹੀਂ ਸੀ ਹੋ ਰਿਹਾ। 90 ਸਾਈਡ ਬੈਲੈਂਸਿੰਗ ਫਿਗਰ ਆ ਰਹੀ ਸੀ ਕ੍ਰੈਡਿਟ ਸਾਈਡ 'ਤੇ ਤਾਂ ਉਹਦਾ ਆਪਾਂ ਨੂੰ ਫਰਦਰ ਟਰੀਟਮੈਂਟ ਕਰਨਾ ਪੈਣਾ ਹੈ। ਠੀਕ ਹੈ, ਤਾਂ ਆਪਾਂ ਟ੍ਰੇਡਿੰਗ ਅਕਾਊਂਟ ਪਹਿਲਾਂ ਬਣਾ ਲੈਂਦੇ ਹਾਂ। ਟ੍ਰੇਡਿੰਗ ਅਕਾਊਂਟ ਦੇ ਵਿੱਚ ਓਪਨਿੰਗ ਸਟਾਕ ਆਪਾਂ ਡੈਬਿਟ ਸਾਈਡ 'ਤੇ ਲਿਖਾਂਗੇ। ਪਰਚੇਜ਼ਿਸ ਡੈਬਿਟ ਸਾਈਡ 'ਤੇ ਲਿਖ ਦਾਂਗੇ। ਜੋ ਆਪਣੀ ਕੈਰੀਜ਼ ਔਨ ਪਰਚੇਜ਼ ਹੈ ਡੈਬਿਟ ਸਾਈਡ 'ਤੇ ਲਿਖ ਦਾਂਗੇ। ਬੇਸਿਸ ਡੈਬਿਟ ਸਾਈਡ 'ਤੇ ਲਿਖ ਦਾਂਗੇ ਅਤੇ ਜੋ ਆਪਣੇ ਕੋਲ ਆਊਟਸਟੈਂਡਿੰਗ ਬੇਸਿਸ ਆ ਉਹ ਬੇਸਿਸ ਦੇ ਵਿੱਚ ਐਡ ਕਰਦੇ ਹੁੰਦੇ ਜਾਂ ਇੱਥੇ ਵੈਸੇ ਹੀ ਲਿਖਿਆ ਹੋਵੇਗਾ। ਫਿਰ ਕ੍ਰੈਡਿਟ ਸਾਈਡ ਪ੍ਰਪੇਅਰ ਕਰ ਲਾਂਗੇ। ਸੇਲ ਲਿਖ ਦਾਂਗੇ। ਕਲੋਜ਼ਿੰਗ ਸਟਾਕ ਲਿਖ ਦਾਂਗੇ। ਜੋ ਬੈਲੈਂਸਿੰਗ ਫਿਗਰ ਆ ਜਾਏਗੀ ਉਹ ਗ੍ਰੋਸ ਪ੍ਰੋਫਿਟ ਆ ਜਾਏਗਾ। ਗ੍ਰੋਸ ਪ੍ਰੋਫਿਟ ਨੂੰ ਅੱਗੇ ਇੱਧਰ ਬ੍ਰੌਡ ਡਾਊਨ ਕਰਾਂਗੇ ਕ੍ਰੈਡਿਟ ਸਾਈਡ 'ਤੇ। ਫਿਰ ਮਿਸਲੀਨੀਅਸ ਇਨਕਮ ਸੀਗੀ ਉਹ ਲਿਖ ਦਾਂਗੇ ਅਤੇ ਕਮਿਸ਼ਨ ਸੀਗੀ ਉਹ ਲਿਖ ਦਾਂਗੇ। ਠੀਕ ਹੈ, ਜੋ ਕ੍ਰੈਡਿਟ ਵਾਲੀ ਸੀ। ਉਸ ਤੋਂ ਬਾਅਦ ਇੱਧਰ ਡੈਬਿਟ ਸਾਈਡ ਪ੍ਰਪੇਅਰ ਕਰਾਂਗੇ। ਸੈਲਰੀਜ਼ ਦੇ ਵਿੱਚ ਆਊਟਸਟੈਂਡਿੰਗ ਸੈਲਰੀ ਐਡ ਕਰਕੇ ਲਿਖਾਂਗੇ। ਟੈਲੀਫੋਨ ਐਕਸਪੈਂਸਿਸ ਸੀ, ਰਿਪੇਅਰ ਸੀ, ਆਊਟਸਟੈਂਡਿੰਗ ਰੈਂਟ ਸੀ ਉਹ ਲਿਖ ਦਾਂਗੇ। ਬੈਡ ਡੈਟ ਸੀ ਉਹਦੇ 'ਚ ਨਿਊ ਪ੍ਰੋਵੀਜ਼ਨ ਐਡ ਕਰਾਂਗੇ ਅਤੇ ਜੋ ਓਲਡ ਪ੍ਰੋਵੀਜ਼ਨ ਸੀ ਉਹ ਮਾਈਨਸ ਕਰਾਂਗੇ। ਠੀਕ ਹੈ, ਨਿਊ ਪ੍ਰੋਵੀਜ਼ਨ ਆਪਾਂ ਕਿਵੇਂ ਕੈਲਕੂਲੇਟ ਕਰਾਂਗੇ ਜੋ ਆਪਣੇ ਡੈਟਰ ਆ ਉਹ 'ਚੋਂ ਫਰਦਰ ਬੈਡ ਡੈਟ ਮਾਈਨਸ ਕਰਕੇ
जो आ जाएगा ਉਹਦੇ ਤੇ ਫਰਦਰ ਬੈਡਿਟ ਮਤਲਬ 400 ਰੁਪਏ ਉਹਦੇ ਤੇ ਆਪਾਂ ਨੇ 2.5% ਪ੍ਰੋਵੀਜ਼ਨ ਲਗਾਈ ਹੈ। ਠੀਕ ਹੈ, ਉਹ ਨਿਊ ਪ੍ਰੋਵੀਜ਼ਨ ਸੀ, ਓਲਡ ਆਪਾਂ ਨੂੰ ਕੁਐਸਚਨ 'ਚ ਗਿਵਨ ਸੀ, ਉਹ ਪਿੱਛੋਂ ਮਾਈਨਸ ਕਰ ਦਾਂਗੇ। ਫਿਰ ਡੈਪਰੀਸ਼ੀਏਸ਼ਨ ਲਗਾ ਦਾਂਗੇ, 10% ਪਲਾਂਟ 'ਤੇ ਗਈ ਸੀਗੀ, 7.5% ਫਰਨੀਚਰ 'ਤੇ ਗਈ ਸੀਗੀ। ਫਿਰ ਸਨਡਰੀ ਐਕਸਪੈਂਸਿਸ ਲਿਖ ਦਾਂਗੇ। ਮੈਨੇਜਰ ਕਮਿਸ਼ਨ, ਉਹਦੇ ਲਈ ਕੀ ਕਿਹਾ ਸੀ, ਮੈਨੇਜਰ ਇਜ਼ ਟੂ ਬੀ ਪੇਡ ਅ ਕਮਿਸ਼ਨ ਐਟ 4% ਔਨ ਦਾ ਨੈਟ ਪ੍ਰੋਫਿਟ ਲੈਫਟ ਆਫਟਰ ਡਿਡਕਟਿੰਗ ਦਾ ਕਮਿਸ਼ਨ। ਠੀਕ ਹੈ, ਤਾਂ ਇਹਦਾ ਕੀ ਕਰਨਾ ਨੇ ਆਪਾਂ ਨੇ ਕਹਿ ਰਹੇ ਹੈਗੇ मतलब आफ्टर चार्जिंग सच कमीशन आ गया। ठीक है, तो दोनों साइड टोटल करांगे, जो बैलेंसिंग फिगर आ जाएगी ਉਹਦੇ ਤੇ ਆਪਾਂ ਨੇ 4/104 ਲਾਉਣਾ ਹੈ। ठीक है, वो अपनी मैनेजर कमीशन आ जाएगी। उस तो बाद मतलब ये भी पिछों माइनस कर देंगे बैलेंसिंग फिगर जो कह सकते हैं, तो अपना टोटल की आ जाएगा नैट, जो बैलेंसिंग फिगर आ जाएगी वो नैट प्रॉफिट आ जाएगा। उस तो बाद अगे आप बैलेंस शीट प्रिपेयर कर लाँगे। ये सब तो पहला आप क्रेडिटर लिख देंगे, बिल्स पेबल लिख देंगे, आउटस्टैंडिंग बेसिस लिख देंगे, सैलरी, रेंट। फिर कैपिटल के नैट प्रॉफिट ऐड करके लिखांगे मैनेजर कमीशन। तो जो सस्पेंस अकाउंट सीगा तुहानूं दस्सिया सी ना स्टार्टिंग दे विच भी मेरे को क्रेडिट बैलेंस बन रहा सी ते बैलेंसिंग फिगर आ रही सी। इहदा मतलब की आ ਆਪਾਂ ਉਹਨੂੰ ਕਿੱਧਰ ਲਿਖਾਂਗੇ, ਲਾਇਬਿਲਿਟੀ ਸਾਈਡ ਤੇ। ਅਗਰ ਡੈਬਿਟ ਸਾਈਡ ਤੇ ਬੈਲੈਂਸਿੰਗ ਫਿਗਰ ਆਂਦੀ ਉਹਨੂੰ ਆਪਾਂ ਕਾਹਦੇ ਤੇ ਲਿਖਦੇ, ਐਸੈਟ ਸਾਈਡ ਤੇ। ਤਾਂ ਹੁਣ ਆਪਾਂ ਇੱਥੇ क्रेडिट साइड पर बैलेंसिंग फिगर जो आई सी वो आप सस्पेंस अकाउंट इतने पा देंगे। फिर इधर एसेट साइड प्रिपेयर कर लेंगे, डैटर के विचों फरदर बैड डेट प्रोविजन माइनस करके लिखांगे, बिल्स रिसीवेबल लिख देंगे, प्लांट चो डेप्रीशिएशन माइनस करके, फर्नीचर चो डेप्रीशिएशन माइनस करके, कैश इन हैंड, एट बैंक ते क्लोजिंग स्टॉक दोनों सारे टोटल मैच हो जाएगा। क्वेश्चन ऑन 31 मार्च 2024 द फॉलोइंग बैलेंसेस ऑफ मिस्टर श्याम सुंदर एंड सन्स वर टेकन आउट। Prepare trading and P&L account for the year and the balance sheet as at that date after making the following adjustments। adjustments ਦਿੱਤੀਆਂ ਵੀ ਉਸ ਤੋਂ ਬਾਅਦ ਆਪਾਂ ਨੂੰ ਟ੍ਰਾਇਲ ਬੈਲੈਂਸ ਦਿੱਤਾ ਹੋਗਾ। ਆਪਾਂ ਸਭ ਤੋਂ ਪਹਿਲਾਂ ਟ੍ਰੇਡਿੰਗ ਐਂਡ P&L ਅਕਾਊਂਟ ਬਣਾ ਲਾਂਗੇ। ਇਹਦੇ ਵਿੱਚ ਆਪਾਂ ਓਪਨਿੰਗ ਸਟਾਕ ਲਿਖਾਂਗੇ। ਉਸ ਤੋਂ ਬਾਅਦ ਇਹਦੇ ਵਿੱਚ ਪਰਚੇਜ਼ਿਸ ਜੋ ਰਿਟਰਨ ਮਾਈਨਸ ਕਰਕੇ ਲਿਖਾਂਗੇ। ਮੈਨੂਫੈਕਚਰਿੰਗ ਬੇਸਿਸ ਲਿਖ ਦਾਂਗੇ, ਆਊਟਸਟੈਂਡਿੰਗ ਬੇਸਿਸ ਐਡਜਸਟਮੈਂਟ ਦੇ ਤੌਰ 'ਤੇ ਦਿੱਤਾ ਹੋਣਾ ਹਾਂ ਉੱਪਰ ਦਿੱਤਾ ਸੀਗਾ ਉਹ ਲਿਖ ਦਾਂਗੇ। ਅਤੇ जो अपना कैरीज ऑन परचेज आ फैक्ट्री फ्यूल एंड पावर, फैक्ट्री लाइटिंग, मैਨੂਫੈਕਚਰਿੰਗ एक्सपेंसिस ये सारे फैक्ट्री नाल रिलेटेड सी ते ट्रेडिंग दे विच पैने सीगे पा दांगे। फिर उस तो बाद सेल दे जो रिटर्न माइनस करके क्रेडिट साइड ते पा दांगे, क्लोजिंग स्टॉक भी क्रेडिट साइड ते पा दांगे। दोनों साइड टोटल करांगे, जो बैलेंसिंग फिगर आ जाएगी ग्रॉस प्रॉफिट आ जाएगा। ग्रॉस प्रॉफिट नूं अगे ब्रॉड डाउन करांगे इधर क्रेडिट साइड ते। फिर इधर डेप्रीशिएशन लिख देंगे, प्लांट एंड मशीनरी दी, फर्नीचर फिटिंग दी डेबिट साइड ते। फिर रेंट टैक्स ये सारी डेबिट साइड लिखनी आप। रेंट टैक्सिस ये आउटस्टैंडिंग रेंट ऐड करके लिखांगे। ऑफिस सैलरी आउटस्टैंडिंग सी वो भी ऐड करांगे। ट्रैवलिंग एक्सपेंस वैसे लिख देंगे। प्रोविजन ऑन डेटर्स आप क्रिएट करांगे। उस तो बाद डिस्काउंट लिख देंगे, कैरीज ऑन सेल आ जाएगा। इंश्योरेंस जो प्रीपेड माइनस करके लिखांगे। दोनों से टोटल करांगे, जो बैलेंसिंग फिगर आ जाएगी नैट प्रॉफिट आ जाएगा। उस तो बाद आपने यदि बैलेंस शीट प्रिपेयर कर लेनी है। आउटस्टैंडिंग सैलरी लिखांगे, बेसिस लिखांगे, क्रेडिटर लिखांगे, बिल्स पेबल लिखांगे, कैपिटल के विचों ड्राइंग माइनस करके नैट प्रॉफिट ऐड करके लिखांगे। उस तो बाद आउटस्टैंडिंग रेंट लिख देंगे। फिर अपना एसेट साइड प्रिपेयर करनी है। इचो प्लांट एंड मशीनरी चो डेप्रीशिएशन माइनस करके, फर्नीचर फिटिंग चो डेप्रीशिएशन माइनस करके, फिर कैश इन हैंड, डेटर जो प्रोविजन माइनस करके लिखांगे। कैश एट बैंक का जो प्रीपेड, इंश्योरेंस, क्लोजिंग स्टॉक दोनों सारे टोटल करांगे, मैच हो जाए। क्वेश्चन फ्रॉम द फॉलोइंग पर्टिकुलर्स प्रिपेयर ट्रेडिंग एंड P&L अकाउंट ऑफ मिस्टर आर फॉर द ईयर एंडिंग 31 मार्च 2024 एंड अ बैलेंस शीट एज एंड 31 मार्च 2024। आ इन्फॉर्मेशन दी हुई अपन क्या वा, यू आर रिक्योर्ड टू आ डेप्रीशिएशन वगैरह सारी एडजस्टमेंट्स। ठीक है, तो हम अपने ये सब तो पहले ट्रेडिंग एंड P&L अकाउंट बना लेंगे। ये ओपनिंग स्टॉक डेबिट साइड पर लिखांगे, परचेज चो रिटर्न माइनस करके लिखांगे। फिर क्रेडिट साइड प्रिपेयर कर लेंगे, ये सेल चो रिटर्न माइनस करके लिखांगे, क्लोजिंग स्टॉक लिख देंगे। दोनों साइड टोटल करांगे, जो बैलेंसिंग फिगर आ जाएगी ग्रॉस प्रॉफिट आ जाएगा। ग्रॉस प्रॉफिट नूं अगे इधर ब्रॉड डाउन करांगे, जो डेप्रीशिएशन लगा देंगे, बिल्डिंग मशीनरी फर्नीचर दी, इंटरस्ट ऑन लोन लिखांगे, रेंट, एस्टैब्लिशमेंट एक्सपेंसिस, इलैक्ट्रिसिटी चार्जिस, टैलीफोन चार्जिस, कमीशन ऑन सेल, इंश्योरेंस प्रीमियम। ठीक है, बैड डेट दे विच न्यू प्रोविजन आप मतलब ऐड करके लिखांगे। मैनेजर कमीशन ते नैट प्रॉफिट जो अपनी मतलब कि बैलेंसिंग फिगर आ जाएगी। मैनेजर कमीशन आपने इहदे लई इन्हां ने कहा सीगा कि
Mr. R's manager is entitled to a commission of 10% on the net profit after charging his कमीशन। तो ਇਹਦਾ मतलब ਕੀ ਆਊਗਾ 10/110 ਲੱਗੂਗਾ। ठीक है, जो अपना नैट प्रॉफिट मतलब कि दोनों साइड टोटल ਕੀਤਾ ਸੀ मैच, उस तो बाद जो बैलेंसिंग फिगर आई ਸੀਗੀ ਉਹਦੇ 'ਤੇ ਆਪਾਂ ਨੇ ਕੀ ਕਰਨਾ ਸੀ 10/110 लगा के 3,30,000 अपना बच रहा ਸੀ। ਉਹਦਾ 10/110 ਕੀਤਾ ਤਾਂ मतलब 30,000 आ गया। तो नैट प्रॉफिट अपना फिर वो 30 चो माइनस करके 3 ਲੱਖ आ जाएगा। उस तो बाद आप बैलेंस शीट प्रिपेयर कर लेंगे। बैलेंस शीट के इधर लोन लिखांगे, सनरी क्रेडिटर लिखांगे, कैपिटल च नैट प्रॉफिट ऐड करके लिखांगे, मैनेजर कमीशन लिख देंगे, तो इंटरस्ट ऑन लोन जो अपना आउटस्टैंडिंग सीगा वो लिख देंगे। ठीक है, लोन की हिडन एडजस्टमेंट्स इन्होंने लिया सीगा ट्रायल बैलेंस के 18% पर एनम लोन अपटेन बाय मिस्टर आर ऑन 1/6/2023। ਇਹਦਾ मतलब की है 10 ਮਹੀਨਿਆਂ ਦਾ ਆਪਾਂ 18% ਉੱਤੇ ਵਿਆਜ ਕੈਲਕੂਲੇਟ ਕਰਾਂਗੇ। ਉਹ ਕੀ ਹੈ ਇੱਥੇ ਕੁਐਸਚਨ ਦੇ ਵਿੱਚ ਕਿਤੇ ਜ਼ਿਕਰ ਨਹੀਂ ਹੋਇਆ ਵੀ ਆਪਾਂ ਕਿੰਨਾ ਪੇ ਕੀਤਾ, ਤਾਂ ਇਹਦਾ मतलब ਕੁਛ ਵੀ ਪੇ ਨਹੀਂ ਕੀਤਾ ਹੋਣਾ ਗਾ। ਠੀਕ ਹੈ, ਤਾਂ ਸਾਰੇ ਦਾ ਸਾਰਾ ਆਪਣਾ ਕੀ ਆ ਆਊਟਸਟੈਂਡਿੰਗ ਆ, ਇਸ ਕਰਕੇ ਉਹਨੂੰ P&L ਦੇ ਵਿੱਚ ਵੀ ਪਾਇਆ ਸੀਗਾ। ਠੀਕ ਹੈ, ਤੇ ਇੱਥੇ ਬੈਲੈਂਸ ਸ਼ੀਟ ਦੇ ਵਿੱਚ ਵੀ ਆਪਾਂ ਇਹਨੂੰ ਪਾਵਾਂਗੇ। ठीक है, लाइबिलिटी साइड। उस तो बाद एसेट साइड प्रिपेयर करांगे। बिल्डिंग चो डेप्रीशिएशन माइनस करके लिखांगे, मशीनरी चो डेप्रीशिएशन माइनस करके, फर्नीचर चो भी डेप्रीशिएशन माइनस करके लिखांगे, कैश इन हैंड एट बैंक लिख देंगे, डेटर चो प्रोविजन माइनस करके लिखांगे, क्लोजिंग स्टॉक ते बिल से रिसीवेबल आपां लिख देंगे। ਆਪਾਂ ਨੂੰ ਚੌਥੇ ਨੰਬਰ 'ਤੇ ਐਡਜਸਟਮੈਂਟ ਦਿੱਤੀ ਸੀ ਕਲੋਜ਼ਿੰਗ ਸਟਾਕ ਵਾਸ ਨੋਟ ਟੇਕਨ ਔਨ 31/3/2024 ਬਟ ਓਨਲੀ ਔਨ 7/4/2024। मतलब ट्रांजैक्शन ਦਿੱਤੀਆਂ ਵੀ ਹੈਗੀਆਂ 1/4/2024 ਤੋਂ 7 ਅਪ੍ਰੈਲ ਤੱਕ ਦਿੱਤੀਆਂ ਵੀ। ठीक है, मतलब कि सेल देती, परचेजिज दी, स्टॉक देता, तो रेट ऑफ GP ऑन सेल देता। मैं की किया एक रफ जहा ट्रेडिंग अकाउंट बना लिया। ठीक है, तो वो आप ओपनिंग स्टॉक लिखता, वैल्यू एक बार छड्डती दिता नहीं, परचेजिज लिखता GP लिए इन्होंने कहा 20% ऑन सेल 2.5 लाख दी सी उस पीरियड की, वह 20% कितना आ जाऊगा 50,000 वो लिखता। क्लोजिंग स्टॉक लिखता इधर क्रेडिट साइड पर, दोनों साइड का टोटल किया, जो बैलेंसिंग फिगर आ जाएगी वो ओपनिंग स्टॉक आ जाएगा। ओपनिंग स्टॉक मतलब कि किस डेट का 1/4 ਦਾ। जे इस 1/4 ਨੂੰ ਇਹ ट्रांजैक्शन का ओपनिंग स्टॉक होया तो यह 31/3 ਲਈ की हो जाएगा क्लोजिंग स्टॉक हो जाएगा। ठीक है, इस साल का ओपनिंग पिछले का की हो जाएगा क्लोजिंग हो जाएगा। तो इस करके यह अपना क्लोजिंग स्टॉक आप क्वेश्चन के विच लैके चलांगे। फॉलोइंग ट्रायल बैलेंसिस एज एक्सट्रैक्टेड फ्रॉम द बुक्स ऑफ श्री बालकृष्ण एज ऑन 31 मार्च 2024। ये इन्फॉर्मेशन दी है। उस तो बाद एडजस्टमेंट्स दी है क्या प्रिपेयर ट्रेडिंग एंड P&L अकाउंट फॉर द ईयर एंडेड 31 मार्च 2024 एंड बैलेंस शीट एज ऑन दैट डेट आफ्टर टेकिंग द कंसीडरेशन द फॉलोइंग इन्फॉर्मेशन। सब तो पहला ट्रेडिंग एंड P&L अकाउंट बना लाँगे। ये आप ओपनिंग स्टॉक लिखांगे, परचेजिज रिटर्न माइनस करके लिखांगे, मैनुफैक्चरिंग बेसिस राइट ऑन परचेजिज, मैनुफैक्चरिंग एक्सपेंसिस आ गए, फैक्ट्री फ्यूल पावर फैक्ट्री लाइटिंग, ये सारे एक्सपेंसिस आप इत्थे लिखने होंगे है। उस तो बाद इधर क्रेडिट साइड के सेल चो रिटर्न माइनस करके क्लोजिंग स्टॉक नाल लिख देंगे। उस तो बाद दोनों साइड टोटल करेंगे, जो बैलेंसिंग फिगर आ जाएगी ग्रॉस प्रॉफिट आ जाएगा। ग्रॉस प्रॉफिट को इधर अगे ब्रॉड डाउन करेंगे, इधर डेप्रीशिएशन प्लांट एंड मशीनरी मोटर कार की लिखांगे, सैलरीज फ्राइड ऑन सेल, इंश्योरेंस एंड टैक्सेस लिखांगे, जनरल एक्सपेंसिस लिखांगे, बैड डेट लिखांगे, इंटरस्ट एंड बैंक चार्जिज आ गए, प्रोविजन फॉर बैड डेट्स आ जाएगी। ये अपने को ओल्ड प्रोविजन इचों माइनस करती है, न्यू क्रिएट करके जो ओल्ड सी वो माइनस करके लिखा हुआ। उस तो बाद वर्क मैनेजर कमीशन सी वो लिख देंगे। एक आधे तो गई सी वर्क मैनेजर की कमीशन ऑफ 1% ऑन द GP इज़ टू बी प्रोवाइडेड फॉर वर्क मैनेजर। जो अपना मतलब कि GP आया सी ਉਹਦਾ 1% ਆਪਾਂ ਨੇ ਕੀ ਕੀਤਾ ਗਾ वर्क मैनेजर कमीशन कड्डी। उस तो बाद मैनेजर कमीशन ਲਈ किया सी आफ्टर चार्जिंग द वर्क मैनेजर कमीशन इज़ टू बी क्रेडिटेड टू जनरल मैनेजर। बट ये नहीं सी कि आफ्टर क्रेडिटिंग सच कमीशन इदां दा वर्ड नहीं गा, तो इस करके जस्ट ही कन्फ्यूज़ कराने लिखा होगा भी आफ्टर चार्जिंग सच कमीशन च आप 2/102 लाने ने, बट इत्थे 2% ही लगेगा। ठीक है, क्योंकि 2/100 ही लगेगा, क्योंकि इत्थे आफ्टर चार्जिंग वर्क मैनेजर कहा वा ना कि वो खुद की। ठीक है, जो वो खुद की होगी तो वह आप मतलब कि लाने होंने 2/102 ਜਾਂ 10/110 रेट ओवर 100 प्लस रेट तो फार्मूला लगता। इत्थे तो जी चीज़ कही होंगी आफ्टर चार्जिंग जिस चीज़ की गल हुई है उन्होंने माइनस कर देने होंगे जो किसी होर बारे गल हो रही हो। दोनों साइड टोटल करेंगे, जो बैलेंसिंग फिगर आ जाएगी नैट प्रॉफिट आ जाएगा। फिर अगे बैलेंस शीट प्रिपेयर करेंगे, ये लैबिलिटी साइड आप प्रिपेयर कर लेंगे।
ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਕ੍ਰੈਡੀਟਰ ਲਿਖ ਦਾਂਗੇ, ਬੈਂਕ ਲੋਨ ਲਿਖ ਦਾਂਗੇ, ਕੈਪੀਟਲ 'ਚ ਨੈਟ ਪ੍ਰੋਫਿਟ ਐਡ ਕਰਕੇ ਲਿਖਾਂਗੇ, ਵਰਕ ਮੈਨੇਜਰ ਕਮਿਸ਼ਨ ਤੇ ਮੈਨੇਜਰ ਕਮਿਸ਼ਨ ਲਿਖ ਦਾਂਗੇ। ਉਸ ਤੋਂ ਬਾਅਦ ਐਸਿਡ ਸਾਈਡ प्रिपेयर कर लाँगे, प्लांट एंड मशीनरी चो डेप्रीशिएशन माइनस करके, फर्नीचर चो डेप्रीशिएशन माइनस करके, मोटर कार चो डेप्रीशिएशन माइनस करके लिखांगे, बिल्डिंग लिख दांगे, गुडविल लिख दांगे, डेटर्स चो प्रोविजन माइनस करके लिखांगे, कैश इन हैंड एंड बैंक ते क्लोजिंग स्टॉक दोनों साइड टोटल करेंगे जो अपना बैलेंस मैच हो जाएगा। 26वां क्वेश्चन है, फॉलोइंग आर द एक्सट्रैक्ट फ्रॉम द ट्रायल बैलेंस ऑफ अ फॉर्म। ट्रायल बैलेंस दिता वा, इनफॉर्मेशन दी हुई, उस तो बाद तो फिर क्या वा, यू आर रिक्योर्ड टू पास द नेसेसरी जर्नल एंट्रीज एंड शो हाउ द डिफरेंट आइटम विल अपीयर इन द फाइनल अकाउंट्स। सब तो पहले जर्नल एंट्रीज पास कर लाँगे। पहली एंट्री प्रॉफिट एंड लॉस अकाउंट डेबिट टू बैड डेट्स, क्योंकि आप बैड डेट्स ਨੂੰ ट्रांसफर करांगे प्रॉफिट एंड लॉस अकाउंट ਦੇ ਵਿੱਚ। ਉਸ ਤੋਂ ਬਾਅਦ ਆਪਾਂ ਪ੍ਰੋਵੀਜ਼ਨ ਬਣਾਵਾਂਗੇ ਉਹਦੀ एंट्री प्रॉफिट एंड लॉस अकाउंट टू प्रोविजन फॉर डाउटफुल डेट्स। फिर आप डिस्काउंट दिता ਉਹਦੀ एंट्री है जो डिस्काउंट अलाउड अकाउंट डेबिट टू सनरी डेटर्स। फिर प्रॉफिट एंड लॉस अकाउंट डेबिट टू डिस्काउंट अलाउड के कट कर देंगे। फिर वो प्रोविजन बनानी है एंट्री है जो प्रॉफिट एंड लॉस अकाउंट डेबिट टू प्रोविजन फॉर डिस्काउंट ऑन डेटर्स। उस तो बाद प्रॉफिट एंड लॉस अकाउंट बनावांगे, ये बैड डेट लिखांगे, न्यू प्रोविजन ऐड करके लिख देंगे। तो जो डिस्काउंट ऑन डेटर्स आ वो एडिशनल डिस्काउंट ऐड करांगे, तो जो प्रोविजन आ वो भी ऐड करके लिख देंगे। उस तो बाद बैलेंस शीट बनावांगे, वो सनरी डेटर के विचों प्रोविजन डाउटफुल डेट भी माइनस करांगे, एडिशनल डिस्काउंट दिता वो माइनस करांगे, तो जो प्रोविजन फॉर डिस्काउंट ऑन डेटर वो माइनस करके जो आंसर आ जाएगा वो आप लिखा। क्वेश्चन ऑन 1 अप्रैल 2023 द रिजर्व फॉर डिस्काउंट ऑन क्रेडिटर वाज 1200। द डिस्काउंट अर्न ड्यूरिंग द ईयर अमाउंटेड टू 1040। द क्रेडिटर ऑन 31 मार्च 2024 वर 50,000 एंड अ न्यू रिजर्व ऑफ 2.5% इज रिक्वायर्ड। शो जर्नल लेजर P&L एंड बैलेंस शीट एंट्रीज रिलेटिंग टू डिस्काउंट ऑन क्रेडिटर्स। सब तो पहला आप डिस्काउंट अकाउंट टू रिजर्व फॉर डिस्काउंट ऑन क्रेडिटर अकाउंट लिख देंगे। उस तो बाद जो रिजर्व आप मतलब क्रिएट किया रिजर्व फॉर डिस्काउंट ऑन क्रेडिटर अकाउंट टू P&L अकाउंट 1090। ये किमें आएगा अपने को रिजर्व फॉर डिस्काउंट ऑन क्रेडिटर अकाउंट प्रिपेयर कर लेंगे। ये बैलेंस ब्रॉड ऑन डेबिट साइड पर लिख देंगे, डिस्काउंट क्रेडिट साइड पर लिख देंगे, तो जो बैलेंस कैरी डाउन वो क्रेडिट साइड पर लिख देंगे। यदा मतलब जो डेबिट साइड पर बैलेंसिंग फिगर आ रही है उन्नी आप P&L ਦੇ ਵਿੱਚ ट्रांसफर करेंगे, उन्ना ਆਪਾਂ ਨੂੰ रिजर्व क्रिएट करने की जरूरत है। प्रॉफिट एंड लॉस अकाउंट बना लेंगे, ये डिस्काउंट लिखांगे, न्यू रिजर्व ऐड कर देंगे, ओल्ड माइनस कर देंगे। ठीक है, जो बैलेंस आ जाएगी वो इधर क्रेडिट साइड पर पा लेंगे। बैलेंस शीट बनावांगे, वो लायबिलिटी साइड सनरी क्रेडिटर्स लिखांगे, तो वो रिजर्व जो अपने पुराना न्यू रिजर्व वो माइनस कर देंगे। क्वेश्चन ऑन 1/4/2022 मिस अवतार एंड कंपनी हैड अ बैड डेट प्रोविजन ऑफ एंड सो ऑन 31/3/2023 टोटल डेट अमाउंटेड टू 2,04,000 आउट ऑफ विच 4,000 वर बैड एंड हैड टू बी रिटर्न ऑफ द फर्म वांट टू मेनटेन द बैड डेट प्रोविजन एट 5% ऑफ डेट ऑन 31/3/2024 टोटल डेट अमाउंटेड टू 1,03,200 आउट ऑफ द डेट द पोजीशन ऑफ सम ऑफ द पार्टीज वाज एज फॉलो। ਆਪਾਂ ਨੂੰ ਪਾਰਟੀਜ਼ ਦਿੱਤੀਆਂ ਹੋਈਆਂ। ਉਸ ਤੋਂ ਬਾਅਦ a suitable provision is to be maintained in respect of doubtful debts. Show bad debt account and provision for doubtful debt account for the year ended 31/3/23 and 31/3/24। ਤਾਂ ਆਪਾਂ ਬੈਡ ਡੈਟ ਅਕਾਊਂਟ ਬਣਾ ਲਾਂਗੇ। ਉਹਦੇ ਵਿੱਚ ਸਭ ਤੋਂ ਪਹਿਲਾਂ ਟੂ ਬੈਡ ਡੈਟਸ ਲਿਖ ਦਾਂਗੇ, ਪਿਛਲੇ ਸਾਲ ਦੇ ਕਿੰਨੇ ਸੀਗੇ 4,000 ਸੀਗੇ ਉਹ ਲਿਖਤਾ। ਉਸ ਤੋਂ ਬਾਅਦ ਇੱਧਰ ਪ੍ਰੋਵੀਜ਼ਨ ਦੇ ਵਿੱਚੋਂ ਆਪਾਂ ਕਵਰ कर देंगे बाय प्रोविजन फॉर डाउटफुल डेट इधर लिख देंगे। उस तो बाद 24 का बना लाँगे, वो ਆਪਾਂ ਨੂੰ टू बैड डेट लिखने पैने हैगे। सिंह का सीगा पूरा का पूरा वो पूरा लिखता। वाहिद दा रियलाइज ओनली 70%, तो 8,000 का 30% लिख देंगे, मतलब 100 चो 70 माइनस करके 30% आ गए। 30% की हो गए बैड हो गए। 80% आ यदा मतलब की हो जाऊगा भी अपना 20% मिलूगा नहीं वो करता। 4,000 का नो रिकवरी है वो 4,000 पूरे का पूरा पा देंगे। टोटल करांगे ये पूरे बैड डेट हो गए। इधर प्रोविजन के विचों आप कवर कर लेंगे। उस तो बाद प्रोविजन फॉर डाउटफुल डेट अकाउंट बना लेंगे। ये बैलेंस ब्रॉड डाउन क्रेडिट साइड पर लिखांगे, क्योंकि ये लैबिलिटी का बैलेंस क्रेडिट होंगे है। ठीक है, तो उस तो बाद जो बैड डेट हो गए वो अपनी प्रोविजन घटी जाएगी, वो डेबिट साइड पर पा देंगे। तो बैलेंस कैरी डाउन एक तरीके ना प्रोविजन जो बनावांगे वो किमें करांगे 2,04,000 तो 4,000 माइनस करके और 2 लाख के 5% आप प्रोविजन बनानी है तो किन्नी हो जाएगी 10,000 हो जाएगी। तो इधर 7500 अपना डेबिट्स क्रेडिट साइड पर बैलेंसिंग फिगर आ रही है वो P&L के नाम नाल असीं पा देंगे।
ठीक है। P&L अकाउंट ਦੇ ਵਿੱਚ ਇਹ ਪ੍ਰੋਵੀਜ਼ਨ ਆਪਣੀ ਉੱਧਰ ਡੈਬਿਟ ਸਾਈਡ 'ਤੇ ਜਾਏਗੀ। ਉਸ ਤੋਂ ਬਾਅਦ ਅਗਲੇ ਸਾਲ ਦਾ ਅਕਾਊਂਟ ਬਣਾ ਲਾਂਗੇ, ਬੈਲੈਂਸ ਬਰੋਡ ਡਾਊਨ ਹੋ ਜੂ, ਜੋ ਪਿਛਲੇ ਸਾਲ ਦਾ ਕੈਰੀ ਸੀਗਾ ਉਹ ਇਸ ਸਾਲ ਦਾ ਬਰੋਡ ਡਾਊਨ ਹੋ ਜਾਏਗਾ। ਅਤੇ ਬੈਡ ਡੈਟ ਇੱਥੇ 10,800 ਹੋਏ ਉਹ ਡੈਬਿਟ ਸਾਈਡ 'ਤੇ ਪਾ ਦਾਂਗੇ। ਅਤੇ ਬੈਲੈਂਸ ਕੈਰੀ ਡਾਊਨ ਹੁਣ ਜਿਹੜੇ ਆਪਣੇ ਡੈਟਰਸ ਹੈਗੇ 1,03,200 ਕਿਹਾ ਸੀਗਾ ਕੁਐਸਚਨ ਦੇ ਵਿੱਚ 31/3/24 ਨੂੰ, ਅਤੇ ਉਹਦੇ ਵਿੱਚੋਂ 10,800 ਘਟਾ ਕੇ 92,400 ਹੋ ਗਏ, ਉਹਦਾ 5% ਆਪਾਂ ਲਾਇਆ 4620 ਆ ਗਿਆ। ਅਤੇ ਜਿਹੜਾ ਕ੍ਰੈਡਿਟ ਸਾਈਡ 'ਤੇ ਬੈਲੈਂਸਿੰਗ ਫਿਗਰ ਆ ਰਹੀ ਹੈ ਉਹ ਆਪਣੀ ਕੀ ਆ ਜਾਏਗੀ ਬਾਈ P&L ਅਕਾਊਂਟ। ਵੈਸੇ ਤਾਂ ਇਹ ਕੁਐਸਚਨ ਆਪਾਂ ਨੂੰ ਇੱਥੋਂ ਤੱਕ ਹੀ ਕਰਨ ਨੂੰ ਕਿਹਾ ਸੀਗਾ, ਕਿਉਂਕਿ ਉਹਨਾਂ ਨੇ ਕਿਹਾ ਸੀ ਸ਼ੋ ਬੈਡ ਡੈਟ ਅਕਾਊਂਟ ਐਂਡ ਪ੍ਰੋਵੀਜ਼ਨ ਫॉर ਡਾਊਟਫੁਲ ਡੈਟ ਅਕਾਊਂਟ ਫॉर ਦ ਈਅਰ ਐਂਡ 31/3/23 ਅਤੇ 31/3/24। ਬਟ ਇਹਨੂੰ ਆਪਾਂ P&L ਅਕਾਊਂਟ ਦੇ ਥਰੂ ਵੀ ਕਰ ਸਕਦੇ ਸੀਗੇ। ਉਹਦੇ ਵਿੱਚ ਆਪਾਂ ਨੇ ਜੋ ਬੈਡ ਡੈਟ ਹੋਏ ਸੀਗੇ ਉਹਦੇ ਵਿੱਚ ਆਪਾਂ ਨੇ ਓਲਡ ਪ੍ਰੋਵੀਜ਼ਨ ਮਾਈਨਸ ਕਰ ਦੇਣੀ ਸੀ, ਨਿਊ ਪ੍ਰੋਵੀਜ਼ਨ ਐਡ ਕਰ ਦੇਣੀ ਸੀ। ਦੋਨੋਂ ਈਅਰ ਦੇ ਵਿੱਚ ਆਪਾਂ ਇਸ ਤਰੀਕੇ ਨਾਲ ਹੀ ਕਰਨਾ ਸੀਗਾ। ਜੋ ਬੈਡ ਡੈਟ ਆਪਣੇ 4,000 ਸੀਗੇ, ਓਲਡ ਪ੍ਰੋਵੀਜ਼ਨ 6500 ਸੀਗੀ ਅਤੇ ਨਿਊ ਪ੍ਰੋਵੀਜ਼ਨ 10,000 ਸੀਗੀ। ਠੀਕ ਹੈ, ਇਹਨਾਂ ਤਿੰਨਾਂ ਦਾ ਆਪਾਂ ਨੇ ਟਰੀਟਮੈਂਟ ਕਰਕੇ ਆਨਸਰ ਆਪਣੇ ਕੋਲ ਆ ਜਾਣਾ ਸੀ। ਉਸੇ ਤਰੀਕੇ ਨਾਲ 2024 ਹੈ ਉਹਦੇ ਵਿੱਚ ਵੀ ਕਰ ਦੇਣਾ ਸੀਗਾ। ਬੈਡ ਡੈਟ ਹੋਏ ਹੈ ਜੋ ਆਪਣੇ 10,800 ਜਿਹੜੇ ਆਪਾਂ ਕੀਤੇ ਸੀਗੇ ਸਿੰਘ, ਵਾਹਿਦ, ਵਾਸ਼ੂ ਅਤੇ ਅਯਰ ਤੋਂ। ਠੀਕ ਹੈ, ਉਸ ਤਰੀਕੇ ਨਾਲ 10,800 ਆਇਆ ਸੀਗਾ। ਉਸ ਤੋਂ ਬਾਅਦ ਜੋ ਆਪਣਾ ਓਲਡ ਪ੍ਰੋਵੀਜ਼ਨ ਸੀਗੀ, ਜੋ ਪਿਛਲੇ ਸਾਲ ਦੀ ਪ੍ਰੋਵੀਜ਼ਨ ਉਹ ਇਸ ਸਾਲ ਦੀ ਪ੍ਰੋਵੀਜ਼ਨ ਹੋ ਜਾਏਗੀ। ਠੀਕ ਹੈ, ਪਿਛਲੇ ਸਾਲ ਦਾ ਕੈਰੀ ਡਾਊਨ ਇਸ ਸਾਲ ਦਾ ਬਰੋਡ ਡਾਊਨ, ਤਾਂ ਉਹ 10,000 ਸੀ ਉਹ ਮਾਈਨਸ ਕਰ ਦਾਂਗੇ, ਅਤੇ ਜੋ ਨਵੀਂ ਪ੍ਰੋਵੀਜ਼ਨ ਆਪਾਂ ਕ੍ਰੀਏਟ ਕੀਤੀ ਹੈਗੀ ਉਹ ਐਡ ਕਰਕੇ ਜੋ ਵੈਲਿਊ ਆ ਜਾਏਗੀ ਉਹ ਆਪਾਂ ਇੱਥੇ P&L ਦੇ ਵਿੱਚ ਡੈਬਿਟ ਸਾਈਡ 'ਤੇ ਲਿਖ ਦਾਂਗੇ।